ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਸੋਲ੍ਹੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਗੁਰ ਗੋਪਾਲ ਗੁਰ ਗੋਬਿੰਦਾ, ਗੁਰ ਦਇਆਲ ਸਦਾ ਬਖਸ਼ਿੰਦਾ। ਗੁਰ ਸਾਸਤ ਸਿਮਰਤ ਖਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਗੁਰ ਗੋਪਾਲ ਗੁਰ ਗੋਬਿੰਦਾ, ਗੁਰ ਦਇਆਲ ਸਦਾ ਬਖਸ਼ਿੰਦਾ। ਗੁਰ ਸਾਸਤ ਸਿਮਰਤ ਖਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਗੁਰ ਸਿਮਰਤ ਸਭ ਕਿਲ ਵਿਖ ਨਾਸਹਿ, ਗੁਰ ਸਿਮਰਤ ਜਮ ਸੰਗ ਨ ਪਾਸਹਿ। ਗੁਰ ਸਿਮਰਤ ਮਨ ਨਿਰਮਲ ਹੋਵੈ, ਗੁਰ ਕਾਟੇ ਅਪਮਾਨਾ ਹੈ। ਗੁਰ ਕਾ ਸੇਵਕ ਨਰਕ ਨ ਜਾਏ,
ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। ਗੁਰ ਕਾ ਸੇਵਕ ਸਾਧ ਸੰਗ ਪਾਏ। ਗੁਰ ਕਰਦਾ ਨਿਤ ਜੀ ਦਾਨਾ ਹੈ। ਗੁਰਦੁਆਰੈ ਹਰ ਕੀਰਤਨ ਸੁਣੀਐ। ਸਤਿਗੁਰ ਭੇਟ ਹਰ ਜਸ ਮੁਖ ਭਾਣੀਐ। ਕਲ ਕਲੇਸ਼ ਮਿਟਾਏ ਸਤਿਗੁਰ। ਹਰ ਦਰਗਹ ਦੇਵੈ ਮਾਨਾ ਹੈ। ਗੁਰਦੁਆਰੈ ਹਰ ਕੀਰਤਨ ਸੁਣੀਐ। ਸਤਿਗੁਰ ਭੇਟ ਹਰ ਜਸ ਮੁਖ ਭਾਣੀਐ। ਕਲ ਕਲੇਸ਼ ਮਿਟਾਏ ਸਤਿਗੁਰ। ਹਰ ਦਰਗਹ ਦੇਵੈ ਮਾਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖ਼ਤ ਦੇ ਮਾਲਕ ਬਾਣੀ ਕੇ ਬੋਹਿਤ ਜਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵਾਂਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਸੋਲ੍ਹੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ
बाणी के बोहित जपियो जिन अर्जन देव गुरु, फिर संकट जोन गर्भ न आयो। धन धन साहिब श्री गुरु अर्जन देव महाराज साडे उत्ते बख्शिश करे हन। सोल है तो भावै 16 बंदा वाला शब्द। ये पावन शब्द सतगुरां दे पावन अंक 1074 तो प्रारंभ हुंदा है ते 1075 ते जाके इस पावन शब्द की समाप्ति है। शब्द प्रारंभ करन तो पहला गुरु पातशाह जी मंगलाचरण करते हैं। एक ओंकार सतगुर प्रसाद। परमात्मा एक है ते सतगुरां दी प्रसाद कृपा सदका ऐसा परमेश्वर प्राप्त हुंदा है। गुर गोपाल गुर गोबिंदा गुर दयाल सदा बख्शिंदा। अज दे इस पावन शब्द द्वारा धन गुरु अर्जन देव महाराज गुरु की महिमा गुरु की वडियाई नूं कथन करते हैं कि प्रभु दे प्यारे लई जदों प्रभु दा प्यारा परमात्मा वाहिगुरु दे गुणां दा गैन करदा है ते मालक दे रंग दे विच प्रेम दे विच अभेद हुंदा लीन हुंदा ते फिर उस समय उहदी अवस्था इहो जी बन जाती है कि गुरु नाल अथाह प्रेम पैंदा ते गुरु नूं ही फिर गोपाल मनदा कि गुरु ही सारियां दी पालना करन वाला है। गुर गोबिंदा गुरु ही गोबिंद है, गुरु ही गोपाल है। गुरु गुर दयाल सदा बख्शिंदा। गुरु ही दया दा घर है, दयालु है ते गुरु ही इसे प्रकार बख्शिंदा बख्शिश करन वाला रहमत करन वाला है। साडे कीते गुनाहां नूं गुरु बख्शण वाला है। सतगुरु गुरु ग्रंथ साहिब महाराज विच आपां पातशाह दे बचन पढ़ते हैं कि गुरु की है। गुरु दे अर्थ विद्वानां ने कीते ने कि जिहड़ा अज्ञानता दे हनेरे नूं दूर करके ज्ञान का प्रकाश करन वाला है, उन्होंने आखदे ने गुरु। गुरु साडे जीवन विच ज्ञान का प्रकाश करता है। गुरु साडी अज्ञानता रूपी हनेरे नूं दूर कर दिंदा है। गुरु इंज कह ले गुरु जिहड़ा है वो भुल्लियां नूं मार्ग पाउण वाला। भटकने आ जिहड़ा भाजी भटक रहे ने ना, भटकना विच पए हुए ने, भटकना विचों कढ के गुरु उस जीव नूं उस मालक प्रभु दे लड़ ला दिंदा है। जिवें आपां सतगुर दे बचन पढ़दे ना कि भूले मार्ग जिन्हें बताया, ऐसा गुर वड भागी पाया। कहंदे ने भुल्लियां नूं मार्ग पाउण वाला इहो जिहा गुरु मिलदा कित्थों? कहंदे जिन्हां चों वड पाउणा भग गया, दूर हो गया। असल विच उन्हां जीवां ने फिर ऐसे गुरु नूं प्राप्त कीता है। इस करके सतगुरु सानू बार बार समझाउंदे ने, कहंदे ऐ सिक्खा तू गुरु गुरु जपना कर। जे गुरु गुरु जपदा रहेगा, गुरु गुरु जपण दे नाल तेरा पार उतारा हो जाएगा, तू संसार समुंदर तो तर जाएगा। पातशाह जी का फरमान कि गुरु गुर गुरु जप प्राणियों। शब्द हर हर जपै, नाम नभ निध अपै। रसन अहनस रसै सत कर जानियो। हे प्राणाधारी जीव, तू बार बार गुरु 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 जपना कर। गुरु तो बिना होर कुछ ना आखना कर। गुरु जपना किवें है? कहते शब्द दे राही। गुरु नूं जपना किवें है? गुरु नूं चेते किवें करना है? गुरु दे शब्द लड़ लग के।
जो शब्द नाल जुड़ जावां, गुरु नाल जुड़ गए, मानो हरि नाल जुड़ गए, गुरु नाल जुड़े, हरि नाल जुड़ गए। शब्द हार हार जपै, नाम नभ निध अपै, रसन अहनस रसै। रसना, रसन का रसना, एनस का अर्थ है दिन रात, कि दिन रात भाई गुरु के शब्द के रस नूं मानना कर, गुरु के शब्द नूं दिन रात तू अभ्यास करना कर, बाणी पढ़ना कर, सिमरन कर, तेरा एक भी पल गुरु तो बिना व्यर्थ ना जावे। महापुरख तरीका दसदे हुंदे ने नाम जपण दा, बंदगी करन दा, कि जदों मूल मंत्र का जीव अभ्यास कर रहा, मूल मंत्र पढ़ रहा, पढ़द्या मन अक गया, फिर गुरमंत्र शुरू कर दो, वाहिगुरु वाहिगुरू। जो वाहिगुरू वाहिगुरू कहते थक गया, फिर गुरु सर कोई शब्द की टेक लै लो, कोई शब्द जिमें सतगुरु का फरमान है कि सतगुर आयो शरण तुहारी, मिलै सूख नाम हर सोभा, चिंता लाहे हमारी, अबर न सूझै दूजी ठाहर, हार परियो तो द्वारी। जे फिर शब्द पढ़दे थक गया मन, फिर जपजी साहिब दा पाठ शुरू कर दो, जाप साहिब पढ़न लग पो, त्वै प्रसाद वईए पढ़ो, होर वध तो वध बाणी पढ़ो। भाव कहण दा कि पोथी प्रकाश करके सहज पाठ साहिब प्रारंभ कर लो। सतगुरु का सानू ये हुक्म है कि हर दिन रात सास करास द्वारा सिख ने नाम जपना, अपने गुरु नूं कदे विसारना नहीं है। शब्द हर हर जपै, नाम नभ निध अपै, रसन अहनस रस रसै, सत कर जानियो, फुन प्रेम रंग पाइयै, गुरमुख है ध्याईयै। कहते उस मालक नूं प्राप्त किवें कीता जा सकता, कहते गुरमुखां दी संगत करके, गुरमुख है ध्याई है, गुरमुखां दे नाल मिल के उस मालक नूं ध्याया जा सकदा, ते नाल हिरदे दे अंदर प्रेम होना चाहिए है, प्रेम रूपी रंग होना चाहिए। जो प्रेम साडे हिरदे अंदर पैदा हो गया, प्रेम दे सहित उस मालक का नाम जपण लग पे, फिर गुरु सवारियो असी गुरु नाल साडी नेड़ता बन जावेगी। कहते फुन प्रेम रंग पाइए, गुरमुख है ध्याईए, अन मार्ग तजो। ਜਿਹੜੇ ਹੋਰ ਧਰਮ ਦੇ ਨਵੇਂ ਤੂੰ ਕਰਮ ਕਰਦਾ ਫਿਰਦਾ ਨਾ, ਕਰਮ ਕਾਂਡ, ਇੱਕ ਤਾਂ ਉਹ ਕਰਮ ਜਿਹੜੇ ਕਰਮ ਕਰਨ ਦੇ ਤੈਨੂੰ ਗੁਰੂ ਚੇਤੇ ਆਵੇ, ਉਹ ਤਾਂ ਪ੍ਰਵਾਨ ਨੇ, ਪਰ ਲੋਕ ਦਿਖਾਵੇ ਦੇ ਕੇਵਲ ਕਰਮ ਕਾਂਡ ਹੀ ਕਰਦਾ ਫਿਰਦਾ ਹੈ। ਅਨਮਤੀਆਂ ਦੀ ਕਹਿੰਦੇ ਮੱਤ ਛੱਡ ਦੇ, ਉਹਨਾਂ ਦੀ ਮੱਤ, ਜਿਨ੍ਹਾਂ ਦੀ ਮੱਤ ਨੂੰ ਧਾਰਨ ਕਰਕੇ ਤੈਨੂੰ ਗੁਰੂ ਭੁੱਲਦਾ ਹੋਵੇ, ਗੁਰੂ ਨੂੰ ਤੂੰ ਵਿਸਾਰਦਾ ਹੋਵੇ ਨਾ, ਤੇ ਸਤਿਗੁਰੂ ਕਹਿੰਦੇ ਉਹ ਅਨ ਮਾਰਗ ਤਜੋ, ਹੋਰ ਮਾਰਗ ਛੱਡ ਦੇ ਭਾਈ। ਭਜੋ ਹਰ ਗਿਆਨੀਓ, ਗਿਆਨਵਾਨ ਪੁਰਸ਼ਾਂ ਦੇ ਨਾਲ ਮਿਲ ਕੇ ਕਹਿੰਦੇ ਉਸ ਮਾਲਕ ਨੂੰ ਭਜਣਾ ਕਰੋ, ਚੇਤੇ ਕਰੋ। ਅਨ ਮਾਰਗ ਤਜੋ ਭਜੋ ਹਰ ਗਿਆਨੀਓ, ਬਚਨ ਗੁਰ ਰਿੱਧ ਧਰੋ, ਪੰਜ ਭੂ ਬਸ ਕਰੋ। ਸਵਾਲ ਕਰਦਾ, ਕਹਿਣ ਲੱਗੇ ਕਿ ਪਾਤਸ਼ਾਹ ਜੀ ਪੰਜ ਤਾਂ ਵਸੀਕਾਰ ਨਹੀਂ ਹੁੰਦੇ, ਮਨੁੱਖ ਪੰਜਾਂ ਦੇ ਅਧੀਨ ਹੈ, ਇਹ ਪੰਜ ਸਾਡੇ ਵਸੀਕਾਰ ਨਹੀਂ ਹੁੰਦੇ। ਤੇ ਸਤਿਗੁਰੂ ਕਹਿੰਦੇ ਤੂੰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਇੱਕੋ ਇੱਕ ਤਰੀਕਾ ਹੈ ਇਹਨਾਂ ਪੰਜਾਂ ਉੱਤੇ ਕੰਟਰੋਲ ਕਰਨ ਦਾ ਕਿ ਗੁਰੂ ਦੇ ਬਚਨਾਂ ਨੂੰ ਕਮਾ ਵਸ। ਜਦੋਂ ਗੁਰੂ ਦੇ ਬਚਨਾਂ ਨੂੰ ਕਮਾਉਣ ਲੱਗ ਪਿਆ, ਫਿਰ ਇਹ ਪੰਜੇ ਤੇਰੇ ਵਸੀਕਾਰ ਹੋ ਜਾਣਗੇ। ਕਹਿੰਦੇ ਪੰਜ ਭੂ ਬਸ ਕਰੋ, ਜਨਮ ਕੁਲ ਉਧਰੋਂ ਦੁਆਰ ਹਰ ਮਾਨੀਓ। ਇੱਥੋਂ ਤੱਕ ਜਿੱਥੇ ਤੇਰਾ ਭਲਾ ਹੋਵੇਗਾ, ਨਾਮ ਜਪ ਕੇ ਬੰਦਗੀ ਕਰ ਗੁਰੂ ਵਾਲੇ ਬਣ ਕੇ, ਕਹਿੰਦੇ ਉੱਥੇ ਤੇਰਾ ਜਨਮ ਸਫਲਾ ਹੋਵੇਗਾ, ਤੇਰੀ ਕੁਲ ਦਾ ਉਧਾਰ ਹੋ ਜਾਵੇਗਾ, ਕੁਲ ਦਾ ਨਾਮ ਰੋਸ਼ਨ ਹੋ ਜਾਵੇਗਾ, ਤੇ ਹਰ ਦਰ 'ਤੇ ਤੇਰਾ ਮਾਣ ਸਨਮਾਨ ਵਧੇਗਾ, ਵਡਿਆਈ ਮਿਲੇਗੀ। ਕਿ ਜੋ ਤਾ ਇਸ ਸਭ ਸੁਖ ਇਤ ਉਤ ਤੁਮ ਬੰਛਵੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ।
ਹੈ ਪ੍ਰਾਣਾਧਾਰੀ ਜੀਵ, ਜੇ ਤੂੰ ਚਾਹੁੰਦਾ ਨੇ ਕਿ ਮੈਂ ਇਤ ਉਤ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਦੋਨਾਂ ਲੋਕਾਂ ਦੇ ਮੈਨੂੰ ਸੁੱਖ ਪ੍ਰਾਪਤ ਹੋਣ, ਸੁੱਖ ਨਸੀਬ ਹੋਣ, ਕਹਿੰਦੇ ਫਿਰ ਵਾਰ ਵਾਰ ਗੁਰੂ ਗੁਰੂ ਜਪ, ਵਾਹਿਗੁਰੂ ਵਾਹਿਗੁਰੂ ਜਪ, ਆਪਣੇ ਗੁਰੂ ਨੂੰ ਚੇਤੇ ਰੱਖ। ਗੁਰੂ ਨੂੰ ਚੇਤੇ ਰੱਖਣ ਦੇ ਨਾਲ ਹੀ ਤੇਰਾ ਇਹ ਲੋਕ ਵੀ ਸਵਰ ਜਾਵੇਗਾ ਅਤੇ ਪਰਲੋਕ ਵੀ ਸਵਰ ਜਾਵੇਗਾ। ਇਸ ਕਰਕੇ ਗੁਰੂ ਗੋਪਾਲ ਹੈ, ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ। ਗੁਰੂ ਗੋਬਿੰਦ ਹੈ, ਗੁਰੂ ਦਿਆਲੂ ਹੈ, ਦਇਆ ਦਾ ਘਰ ਹੈ। ਗੁਰ ਬਖਸ਼ਿੰਦਾ, ਗੁਰੂ ਬਖਸ਼ਿੰਦ ਹੈ, ਬਖਸ਼ਣ ਵਾਲਾ ਹੈ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਮਾਲਵੇ ਦੇ ਇਲਾਕੇ ਵਿੱਚ ਪੂਰਬ ਵੱਲ, ਵਾਹਿਗੁਰੂ ਪੂਰਬ ਵੱਲ ਸਤਿਗੁਰੂ ਜੀ ਗਏ ਨੇ, ਪੂਰਬ ਦੇ ਇਲਾਕੇ ਵਿੱਚ ਵਿਚਰਦੇ ਨੇ, ਇੱਕ ਨਗਰ ਆਇਆ। ਉਸ ਨਗਰ ਵਿੱਚ ਸਤਿਗੁਰੂ ਨੇ ਜਾ ਕੇ ਡੇਰਾ ਲਾਇਆ। ਨਗਰ ਦੇ ਸਾਰੇ ਲੋਕ ਸਤਿਗੁਰੂ ਮਹਾਰਾਜ ਦੀ ਟਹਿਲ ਸਾਹਿਬ ਵਿੱਚ ਹਾਜ਼ਰ ਹੋਏ। ਉੱਥੋਂ ਦਾ ਇੱਕ ਮਲੂਕ ਦਾਸ ਨਾਮੇ ਸਾਧ ਸੀ, ਜਿਹਨੂੰ ਆਪਣੀ ਬੰਦਗੀ ਦਾ, ਤਪੱਸਿਆ ਦਾ ਬੜਾ ਮਾਣ ਹੰਕਾਰ ਸੀ। ਅਤੇ ਜਿੱਥੇ ਸਾਰਾ ਨਗਰ ਸਤਿਗੁਰਾਂ ਦੀ ਟਹਿਲ ਸੇਵਾ ਵਿੱਚ ਹਾਜ਼ਰ ਹੋਇਆ, ਅਤੇ ਮਲੂਕ ਦਾਸ ਸਤਿਗੁਰਾਂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਿਆ। ਵੈਸ਼ਨ ਧਰਮ ਨੂੰ ਮੰਨਣ ਵਾਲਾ, ਕਰਮ ਕਾਂਢੀ, ਅਤੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਿਆ। ਗੁਰੂ ਨੇ ਐਸੀ ਕਲਾ ਵਰਤਾਈ, ਖੇਡ ਵਰਤਾਈ, ਜਦੋਂ ਮਲੂਕ ਦਾਸ ਆਪਣਾ ਭੋਜਨ ਤਿਆਰ ਕਰਕੇ ਛਕਣ ਲੱਗਿਆ ਅਤੇ ਖੇਡ ਐਸੀ ਵਰਤੀ ਕਿ ਜਿਹੜੀ ਵੀ ਵਸਤੂ ਨੂੰ ਹੱਥ ਲਾਵੇ, ਜਿਹੜੇ ਵੀ ਪਦਾਰਥ ਨੂੰ ਹੱਥ ਲਾਵੇ ਨਾ, ਉਹ ਪਦਾਰਥ ਨੂੰ ਉਸ ਪਦਾਰਥ ਦੇ ਮਾਸ ਦਿਖਾਈ ਦੇ ਰਿਹਾ ਹੈ, ਮਾਸ ਦਿਖਾਈ ਦੇ ਰਿਹਾ। ਹੈਰਾਨ ਹੋ ਗਿਆ ਅੱਜ ਕੀ ਹੋ ਰਿਹਾ, ਕਿ ਸਾਰਾ ਦਿਨ ਮੈਨੂੰ ਇੱਕ ਉੱਤੋਂ ਦੀ ਭੁੱਖ ਲੱਗੀ ਹੈ, ਜਦੋਂ ਭੋਜਨ ਛਕਣ ਦੀ ਕੋਸ਼ਿਸ਼ ਕਰਦਾ ਵਿੱਚੋਂ ਮਾਸ ਦਿਖਾਈ ਦਿੰਦਾ ਹੈ। ਅਤੇ ਮਲੂਕ ਦਾਸ ਫਿਰ ਮਨ ਨਾਲ ਵਿਚਾਰਾਂ ਕਰਦਾ, ਮਨਾ ਅੱਜ ਮੇਰੇ ਨਾਲ ਕੀ ਹੋ ਰਿਹਾ, ਕੀ ਕਾਰਨ ਹੈ ਜਿਸ ਕਰਕੇ ਮੇਰੇ ਮਨ 'ਚ ਇਹੋ ਜਿਹੀ ਭਟਕਣਾ ਪੈਦਾ ਹੋ ਗਈ, ਮੈਨੂੰ ਸਾਰੀਆਂ ਥਾਵਾਂ 'ਤੇ ਮਾਸ ਹੀ ਦਿਖਾਈ ਦੇ ਰਿਹਾ ਹੈ। ਕਹਿੰਦੇ ਨੇ ਉਸ ਸਮੇਂ ਫਿਰ ਵਿਚਾਰ ਕਰਦਿਆਂ ਹੋਇਆਂ ਮਨ 'ਚ ਵਿਚਾਰ ਆਈ ਕਿ ਮਨਾ, ਨਗਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ, ਕਿਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਲਾ ਤਾਂ ਨਹੀਂ ਹੈ। ਮੈਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਨਹੀਂ ਗਿਆ, ਸਾਰੇ ਨਗਰ ਦੇ ਲੋਕ, ਨਗਰ ਨਿਵਾਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੇ ਨੇ, ਪਰ ਮੈਂ ਨਹੀਂ ਗਿਆ। ਅਤੇ ਉਸ ਸਮੇਂ ਮਨ 'ਚ ਵਿਚਾਰ ਕੀਤੀ ਕਿ ਚਲੋ ਦੇਖਦੇ ਹਾਂ, ਗੁਰੂ ਦੇ ਪਾਤਸ਼ਾਹ ਦਰਸ਼ਨ ਦੀਦਾਰੇ ਕਰਦੇ ਹਾਂ, ਦੇਖਦੇ ਹਾਂ ਸਤਿਗੁਰੂ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਤਿਗੁਰਾਂ ਦੇ ਦੀਦਾਰ ਤਾਂ ਕਰੀਏ ਜਾ ਕੇ। ਕਹਿੰਦੇ ਇਸ ਤਰ੍ਹਾਂ ਵਿਚਾਰ ਕਰਦਿਆਂ ਹੋਇਆਂ ਮਲੂਕ ਦਾਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚ ਗਿਆ। ਜੋ ਸਤਿਗੁਰਾਂ ਦੇ ਕੋਲ ਆਇਆ, ਪਾਤਸ਼ਾਹ ਨੂੰ ਸਜਦਾ ਕੀਤਾ, ਨਮਸਕਾਰ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਲੂਕ ਦਾਸ ਨੂੰ ਕੋਲ ਬਿਠਾਇਆ ਅਤੇ ਨਾਲ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦੇਣਾ ਕੀਤਾ। ਕਹਿਣ ਲੱਗੇ ਕਿ ਭਾਈ, ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਇਹ ਪ੍ਰਭੂ ਦੀ ਇਬਾਦਤ ਕਰਨ ਵਾਸਤੇ ਮਿਲਿਆ ਹੈ। ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਹਰ ਇੱਕ ਜੀਵ ਨੂੰ ਗੁਰੂ ਧਾਰਨਾ ਅਤੀ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਗਤ ਨਹੀਂ ਹੈ। ਜਿਵੇਂ ਇੱਕ ਵਿਦਵਾਨ ਲਿਖਦਾ ਹੈ, ਕਹਿੰਦਾ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਪਿਤਾ ਗੂਜਰੀ ਦਾ ਲਾਲ ਜੀ। ਕਹਿੰਦੇ ਜੇ ਭਾਈ ਗੁਰੂ ਧਾਰਨ ਕਰਨਾ ਨਾ,
ਤੇ ਗੁਰੂ ਹੋਣਾ ਚਾਹੀਦਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੈਸਾ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਪਿਤਾ ਗੁਜਰੀ ਦਾ ਲਾਲ ਜੀ, ਵਾਰ ਪਰ ਵਾਰ ਚੋਹਾਂ ਬੱਚਿਆਂ ਨੂੰ ਵਾਰ ਦਵੇ, ਦੇਸ਼ ਅਤੇ ਕੌਮ ਤੇ ਉਹ ਕੁਰਬਾਨ ਵਾਰ ਵਾਰ ਜੀ। ਕਹਿੰਦੇ ਐਡਾ ਵੱਡਾ ਗੁਰੂ, ਐਡੇ ਵੱਡੇ ਹਿਰਦੇ ਵਾਲਾ, ਜਿਹਨੇ ਦੇਸ਼ ਤੇ ਕੌਮ ਦੇ ਲਈ ਆਪਣੇ ਚਾਰੇ ਬੱਚਿਆਂ ਨੂੰ ਵਾਰ ਦਿੱਤਾ, ਭਾਵ 4 ਸਾਹਿਬਜ਼ਾਦਿਆਂ ਨੂੰ ਵਾਰ ਦਿੱਤਾ। ਤੇ ਇਹੋ ਜਿਹਾ ਗੁਰੂ ਹੋਣਾ ਚਾਹੀਦਾ। ਹੋਰ ਗੁਰੂ ਵਿੱਚ ਕਿਹੜੇ ਗੁਣ ਨੇ? ਕਹਿੰਦੇ ਨੇ ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲੈ ਸਿੱਖ ਕੋ ਨਿਕਾਲ। ਹੁਣ ਪਹਿਰਾ ਕਿੱਥੇ ਦਿੱਤਾ ਸੀ? ਪਹਿਰਾ ਦਿੱਤਾ ਸੀ ਜੋਗੇ ਦੇ। ਜਦੋਂ ਭਾਈ ਜੋਗਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਇਆ, ਪੁੱਛਿਆ ਕਿਹਦਾ ਕੀ ਨਾਮ ਹੈ? ਕਹਿਣ ਲੱਗੇ ਜੋਗਾ। ਕਿਹਦੇ ਜੋਗਾ? ਸਤਿਗੁਰੂ ਤੁਹਾਡੇ ਜੋਗਾ। ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤੇ ਸੀ। ਉਹੀ ਜੋਗਾ ਜਦੋਂ ਦੇ ਸ਼ਾਦੀ ਹੋਈ, ਇਹ ਵਾਪਸ ਸਤਿਗੁਰਾਂ ਕੋਲ ਆਨੰਦਪੁਰ ਸਾਹਿਬ ਨੂੰ ਆ ਰਿਹਾ ਏ। ਹੁਸ਼ਿਆਰਪੁਰ ਦੇ ਕੋਲ ਜਦੋਂ ਡੇਰਾ ਲਿਆ ਰਾਤ ਵੇਲੇ, ਬੇਸ਼ਵਾ ਦੇ ਹਾਵ ਭਾਵ ਦੇਖ ਕੇ ਮੋਹਿਤ ਹੋ ਗਿਆ ਤੇ ਕੁਕਰਮ ਕਰਨ ਦੀ ਸੋਚਦਾ। ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਵੇਸ਼ ਬਦਲ ਕੇ ਪਹਿਰੇਦਾਰ ਬਣ ਕੇ, ਉੱਥੇ ਚੌਂਕੀਦਾਰ ਬਣ ਕੇ ਖਲੋਣਾ ਕੀਤਾ ਤੇ ਗੁਰੂ ਸਵਾਰੇ ਉਸ ਜੋਗੀ ਦੀ ਰੱਖਿਆ ਕੀਤੀ। ਤੇ ਗੁਰੂ ਤਾਂ ਐਸਾ ਹੈ, ਗੁਰੂ ਸਮਰੱਥ ਹੈ, ਗੁਰੂ ਸਰਬ ਸ਼ਕਤੀਮਾਨ ਹੈ, ਗੁਰੂ ਦੀ ਬਰੋਬਰਤਾ ਕੋਈ ਨਹੀਂ ਕਰ ਸਕਦਾ ਹੈ। ਸੋ ਮਲੂਕ ਦਾਸ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਮਲੂਕ ਦਾਸ, ਜੇ ਤੂੰ ਵੈਸ਼ਨ ਮਤ ਨਾਲ ਸੰਬੰਧਿਤ ਹੈ, ਪਰ ਕਰਮ ਕਾਂਡੀ ਬੜਾ ਹੈ ਤੂੰ। ਕਰਮ ਕਾਂਡ ਕਰਨ ਦੇ ਨਾਲ ਗੱਲ ਨਹੀਂ ਬਣਨੀ ਹੈ। ਗੱਲ ਤਾਂ ਉਸ ਪਰਮਾਤਮਾ ਦੀ ਇਬਾਦਤ ਕਰਨੀ ਪਵੇਗੀ, ਵਡਿਆਈ ਕਰਨੀ ਪਵੇਗੀ। ਜਦੋਂ ਤੱਕ ਪਰਮਾਤਮਾ ਦਾ ਜਸ ਨਹੀਂ ਕਰਦੇ, ਵਡਿਆਈ ਨਹੀਂ ਕਰਦੇ, ਉਦੋਂ ਤੱਕ ਕਹਿੰਦੇ ਜੀਵਨ ਸਫਲਾ ਨਹੀਂ ਹੋ ਸਕਦਾ ਹੈ। ਹੁਣ ਸਤਿਗੁਰੂ ਮਹਾਰਾਜ ਦੇ ਬਚਨਾਂ ਉੱਤੇ ਮਲੂਕ ਦਾਸ ਦਾ ਸਤਿਗੁਰ ਦੇ ਬਚਨਾਂ ਮਲੂਕ ਦਾਸ ਉੱਤੇ ਇੰਨਾ ਪ੍ਰਭਾਵ ਪਿਆ ਕਿ ਉਹ ਮਲੂਕ ਦਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ। ਸਤਿਗੁਰੂ ਮੈਨੂੰ ਖਿਮਾ ਕਰੋ, ਮੈਨੂੰ ਆਪਣੀ ਵੈਸ਼ਨ ਮਤ ਦਾ ਮਾਣ ਸੀ, ਹੰਕਾਰ ਸੀ। ਜਿੱਥੇ ਸਤਿਗੁਰੂ ਸਾਰਾ ਨਗਰ ਆਪ ਜੀ ਦੀ ਹਜ਼ੂਰੀ ਚੱਲ ਕੇ ਆਇਆ, ਮੈਂ ਆਪ ਜੀ ਕੋਲ ਨਹੀਂ ਚੱਲ ਕੇ ਮੈਨੂੰ ਖਿਮਾ ਕਰਨਾ, ਤੇ ਸਤਿਗੁਰੂ ਕਿਰਪਾ ਕਰੋ, ਮੈਨੂੰ ਹੁਣ ਸਿੱਖੀ ਦੀ ਦਾਤ ਬਖਸ਼ਣਾ ਕਰੋ। ਸਤਿਗੁਰੂ ਜੀ ਨੇ ਫਿਰ ਦੱਸਿਆ ਕਿ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ, ਸ਼ਬਦ ਦਾ ਅਭਿਆਸ ਕਰਨਾ ਹੈ। ਸ਼ਬਦ ਦਾ ਅਭਿਆਸ ਕਰੋਗੇ ਸੰਸਾਰ ਸਮੁੰਦਰ ਜਾਵੋਗੇ। ਜਦੋਂ ਸ਼ਬਦ ਨਾਲ ਟੁੱਟ ਜਾਵੋਗੇ, ਫਿਰ ਸੰਸਾਰ ਸਮੁੰਦਰ ਵਿੱਚ ਹੀ ਗੋਤੇ ਖਾਂਦੇ ਰਹਾਂਗੇ। ਹੁਣ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਥੋਂ ਅੱਗੇ ਚਲੇ ਗਏ ਮਲੂਕ ਦਾਸ ਨੂੰ ਨਿਵਾਜ ਕੇ, ਤੇ ਜਦੋਂ ਰਸਤੇ ਵਿੱਚ ਕੋਈ ਸੰਗਤਾਂ ਆਉਂਦੀਆਂ, ਕੋਈ ਸੰਗਤਾਂ ਆ ਰਹੀਆਂ, ਕੋਈ ਜਾ ਰਹੀਆਂ ਨੇ, ਤੇ ਮਲੂਕ ਦਾਸ ਨੂੰ ਮਿਲਦੀਆਂ, ਰਸਤੇ ਵਿੱਚ ਗੱਲਬਾਤ ਹੁੰਦੀ। ਕਹਿੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਿੱਧਰ ਗਏ ਨੇ? ਉਹ ਕਹਿੰਦਾ ਅੱਗੋਂ ਉੱਤਰ ਦਿੰਦਾ ਕਿ ਮੇਰੇ ਜੈਸਿਆਂ ਨੂੰ ਨਿਵਾਜਣ ਜੈ ਪਾਸਤੇ ਗਏ ਨੇ। ਜਿਹੜੇ ਮੇਰੇ ਜੈਸੇ ਅਨੇਕਾਂ, ਜਿਨ੍ਹਾਂ ਦੇ ਮਨ ਵਿੱਚ ਆਪਣੇ ਮਜ਼ਹਬ ਦਾ ਹੰਕਾਰ, ਆਪਣੀ ਧਰਮ ਜਿਹੜੀ ਬੰਦਗੀ ਦਾ ਹੰਕਾਰ ਹੈ, ਆਪਣੇ ਕਰਮ ਕਾਂਡਾਂ ਦਾ ਹੰਕਾਰ ਹੈ, ਉਹਨਾਂ ਅਹੰਕਾਰੀਆਂ ਦਾ ਅਹੰਕਾਰ ਦੂਰ ਕਰਨ ਵਾਸਤੇ ਸਤਿਗੁਰੂ ਜੀ ਅੱਗੇ ਗਏ ਹਨ। ਤੇ ਗੁਰੂ ਐਸਾ ਹੈ, ਗੁਰੂ ਸਰ ਜੀ ਨੂੰ ਇੱਕ ਵਾਰੀ ਗੁਰੂ ਦੀ ਝਲਕ ਪ੍ਰਾਪਤ ਹੋ ਜਾਵੇ, ਗੁਰੂ ਦੇ ਦੀਦਾਰ ਹੋ ਜਾਣ, ਤੇ ਸੱਚ ਜਾਣਿਓ ਉਹ ਸਦੀਵੀ ਕਾਲ ਲਈ ਫਿਰ ਗੁਰੂ ਦਾ ਬਣ ਕੇ ਰਹਿ ਜਾਂਦਾ ਹੈ। ਇਸ ਕਰਕੇ ਇੱਥੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਗੁਰ ਗੋਪਾਲ, ਗੁਰ ਗੋਬਿੰਦਾ, ਗੁਰ ਦਇਆਲ, ਸਦਾ ਬਖਸ਼ਿੰਦਾ। ਗੁਰੂ ਗੋਪਾਲ ਹੈ। ਗੋਪਾਲ ਦਾ ਅਰਥ ਧਰਤੀ ਦੀ ਪਾਲਣਾ ਕਰਨ ਵਾਲਾ।
ਧਰਤੀ ਦੀ ਪਾਲਣਾ ਕਰਨ ਵਾਲਾ, ਗੁਰੂ ਧਰਤੀ ਦੀ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ। ਗੁਰੂ ਗੋਬਿੰਦ ਹੈ, ਗੁਰੂ ਦਇਆਲ, ਦਇਆ ਦਾ ਘਰ ਹੈ। ਗੁਰੂ ਸਦੀਵੀ ਕਾਲੀ, ਬਖਸ਼ਿੰਦਾ ਬਖਸ਼ਣ ਵਾਲਾ ਹੈ। ਕੀਤੇ ਹੋਏ ਗੁਨਾਹਾਂ ਨੂੰ ਸਤਿਗੁਰੂ ਬਖਸ਼ਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਗੁਰਦਾਸ ਜੀ ਕਹਿੰਦੇ ਨੇ, ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਬੰਦਾ, ਚੋਰ ਜਾਰ ਜੁਆਰ ਹੋਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ। ਅਖੀਰ ਤੇ ਕਹਿੰਦੇ ਸਿਮਰ ਮਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਕਹਿੰਦੇ ਮਰੀਦ ਬਣ ਕੇ ਉਸ ਮਾਲਕ ਦਾ ਸਿਮਰਨ ਕਰ, ਬੰਦਗੀ ਕਰ, ਸਤਿਗੁਰੂ ਬਖਸ਼ ਦੇਣਗੇ। ਹੁਣ ਆਪਾਂ ਜੇ ਵਿਚਾਰ ਕਰੀਏ, ਭਾਈ ਗੁਰਦਾਸ ਜੀ ਕਹਿੰਦੇ ਹੋਂ ਅਪਰਾਧੀ ਗੁਨਾਹਗਾਰ। ਕੀ ਭਾਈ ਗੁਰਦਾਸ ਜੀ ਅਪਰਾਧੀ ਸੀ? ਗੁਨਾਹਾਂ ਦੇ ਭਰੇ ਹੋਏ ਸਨ। ਭਾਈ ਗੁਰਦਾਸ ਜੀ ਐਸੇ ਵਿਦਵਾਨ ਸਨ ਜਿਹੜੇ ਆਪਾਂ ਕਹਿ ਦਈਏ ਗੁਰੂ ਘਰ ਦੇ ਪਹਿਲੇ ਲਿਖਾਰੀ, ਜਿੱਥੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਪੰਜਵੇਂ ਪਾਤਸ਼ਾਹ ਦੇ ਹੁਕਮ ਮੁਤਾਬਕ ਲਿਖਣਾ ਕੀਤੀ। ਐਡੇ ਵੱਡੇ ਵਿਦਵਾਨ ਹੋ ਕੇ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲੇ, ਗੁਰੂ ਗੁਰੂ ਜਪਣ ਵਾਲੇ, ਇਹ ਭਾਈ ਗੁਰਦਾਸ ਜੀ ਦੇ ਮਨ 'ਚ ਨਿਮਰਤਾ ਹੈ ਕਿ ਇੰਨਿਆਂ ਗੁਣ ਹੁੰਦਿਆਂ ਹੋਇਆਂ ਵੀ ਆਪਣਾ ਆਪ ਨਹੀਂ ਜਨਾਣਾ। ਸਾਡੇ ਵਿੱਚ ਥੋੜ੍ਹਾ ਜਿਹਾ ਗੁਣ ਸਾਡੇ ਅੰਦਰ ਪੈਦਾ ਹੋ ਜਾਵੇ ਨਾ, ਲੋਕ ਵਾਹ ਵਾਹ ਕਰਨ ਅਤੇ ਆਪਾਂ ਕਹਿੰਦੇ ਵੀ ਮੇਰੇ ਵਿੱਚ ਬੜਾ ਵੱਡਾ ਗੁਣ ਹੈ, ਲੋਕ ਮੈਨੂੰ ਸਲਾਹੁੰਦੇ ਨੇ। ਸਾਡੇ ਅੰਦਰ ਮਾਣ ਪੈਦਾ ਹੁੰਦਾ। ਅਤੇ ਸਿਖਾਇਆ ਸਾਨੂੰ ਅਸਲ ਵਿੱਚ ਕਿ ਚਾਹੇ ਤੇਰੇ ਅੰਦਰ ਇਹ ਸਿੱਖਾ ਹਜ਼ਾਰਾਂ ਗੁਣ ਕਿਉਂ ਨਾ ਪੈਦਾ ਹੋ ਜਾਣ, ਤੂੰ ਹਜ਼ਾਰਾਂ ਗੁਣਾਂ ਦਾ ਧਾਰਨੀ ਬਣ ਜਾਵੇ, ਪਰ ਦੇਖੀ ਕਿਤੇ ਕਦੇ ਮਨ ਵਿੱਚ ਤੈਂ ਮਾਣ ਨਹੀਂ ਆਣ ਦੇਣਾ। ਜਿਸ ਦਿਨ ਮਾਣ ਆ ਗਿਆ ਉਸ ਦਿਨ ਤੂੰ ਡੁੱਬ ਜਾਵੇਗਾ ਅਤੇ ਨਿਮਾਣਾ ਬਣ ਕੇ ਤੈਂ ਉਸ ਮਾਲਕ ਦੀ ਸੇਵਾ ਕਰਨੀ ਹੈ, ਗੁਰੂ ਗੁਰੂ ਜਪਣਾ ਹੈ, ਅਤੇ ਗੁਰੂ ਪਾਸੋਂ ਹੀ ਇਹ ਸਾਰੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਗੁਰੂ ਕੈਸਾ? ਗੁਰੂ ਦਿਆਲੂ ਹੈ, ਗੁਰੂ ਸਦਾ ਹੀ ਬਖਸ਼ਣ ਵਾਲਾ ਹੈ। ਗੁਰ ਸਾਸਤ ਸਿਮਰਤ ਖਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਹੁਣ ਹਿੰਦੂ ਮਤ ਅਨੁਸਾਰ ਅਤੇ ਜਿਹੜੇ ਇਹਨਾਂ ਦੇ ਧਾਰਮਿਕ ਗ੍ਰੰਥ ਹਨ, 27 ਸਿਮਰਤੀਆਂ ਹਨ, 18 ਸ਼ਾਸਤਰ ਪੁਰਾਣ ਇਤਿਆਦਿਕ ਹਨ, 4 ਵੇਦ ਹਨ। ਕਹਿੰਦੇ ਇਹ ਜਿਹੜਾ ਗੁਰੂ ਦੇ ਲੜ ਲੱਗ ਗਿਆ ਕਿ ਮਾਨੋ ਉਹਨੇ ਇੱਕ ਤਰ੍ਹਾਂ ਉਹਨੇ 27 ਸਿਮਰਤੀਆਂ ਦਾ, ਸ਼ਾਸਤਰਾਂ ਦਾ ਉਹਨੂੰ ਫਲ ਪ੍ਰਾਪਤ ਹੋ ਗਿਆ, ਜਿਹੜਾ ਗੁਰੂ ਦੇ ਲੜ ਲੱਗਿਆ ਹੋਇਆ। ਬਾਹਮਣ ਜਿਹੜੇ ਨੇ ਇਹ 6 ਕਰਮ ਕਰਦੇ ਨੇ। ਖੱਟ ਕਰਮਾਂ ਕਿਹੜੇ ਨੇ? ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਦਾਨ ਦੇਣਾ, ਦਾਨ ਲੈਣਾ, ਪੂਜਾ ਕਰਨੀ, ਪੂਜਾ ਕਰਾਉਣੀ, ਇਹ ਬ੍ਰਾਹਮਣ ਦੇ ਕਰਮ ਮੰਨੇ ਗਏ ਨੇ। ਅਤੇ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦੇ ਲੜ ਲੱਗ ਗਿਆ ਨਾ, ਗੁਰੂ ਗੁਰੂ ਜਪਦਾ ਹੈ, ਕਹਿੰਦੇ ਉਹਦੇ ਲਈ ਕਹਿੰਦੇ ਗੁਰੂ ਗੁਰੂ ਜਪਣਾ, ਇਹੀ ਕਹਿੰਦੇ 6 ਕਰਮ ਨੇ ਉਹਦੇ ਲਈ, ਸਿੱਖ ਲਈ। ਗੁਰ ਪਵਿੱਤਰ ਅਸਥਾਨਾ ਹੈ। ਆਮ ਤੌਰ 'ਤੇ ਤੀਰਥ ਯਾਤਰਾ ਲਈ ਆਪਾਂ ਹਿੰਦੂ ਮਤ ਅਨੁਸਾਰ ਬੜਾ ਮਹਾਤਮ ਮੰਨਿਆ ਗਿਆ, ਅਤੇ ਗੁਰਮਤਿ ਦੇ ਵਿੱਚ, ਗੁਰੂ ਘਰ ਦੇ ਵਿੱਚ ਵੀ ਸਿੱਖ ਗੁਰ ਅਸਥਾਨਾਂ ਦੇ ਜਾ ਕੇ ਦਰਸ਼ਨਦਾਰੇ ਕਰਦਾ। ਜਿੱਥੇ ਜਿੱਥੇ ਸਤਿਗੁਰ ਨੇ ਆਪਣੇ ਮੁਬਾਰਕ ਚਰਨ ਪਾਏ ਨੇ, ਉਹਨਾਂ ਅਸਥਾਨਾਂ ਦੇ ਦਰਸ਼ਨਦਾਰੇ ਕੀਤੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਜਿਸ ਥਾਂ 'ਤੇ ਕਹਿੰਦੇ ਜਿਹੜਾ ਗੁਰੂ ਗੁਰੂ ਜਪਦਾ, ਗੁਰੂ ਸ਼ਾਸਤਰ ਸਿਮਰਤ ਖੱਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਕਹਿੰਦੇ ਉਸ ਸਿੱਖ ਨੂੰ ਫਿਰ ਤੀਰਥਾਂ ਉੱਤੇ ਜਾਣ ਦੀ ਲੋੜ ਨਹੀਂ ਹੈ, ਜਿਹੜਾ ਗੁਰੂ ਦੇ ਲੜ ਲੱਗ ਗਿਆ। ਉਹਦੇ ਲਈ ਗੁਰੂ ਹੀ ਇੱਕ ਪਵਿੱਤਰ ਅਸਥਾਨ ਦੀ ਨਿਆਈ ਬਣ ਗਿਆ। ਭਾਵ ਜਿਹੜਾ ਗੁਰੂ ਦੇ ਲੜ ਲੱਗ ਗਿਆ, ਫਿਰ ਉਹ ਗੁਰੂ ਗੁਰੂ ਜਪਦਾ, ਗੁਰੂ ਵਿੱਚ ਹੀ ਭੇਦ ਹੋ ਜਾਂਦਾ ਹੈ। ਇੱਥੋਂ ਤੱਕ ਗੁਰਬਾਣੀ ਵਿੱਚ ਤਾਂ ਪਾਤਸ਼ਾਹ ਨੇ ਬਚਨ ਕੀਤੇ ਨੇ ਕਿ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ,
से जानत भे हरि आवले, जिन्नी मेरा सतगुर देखिया जाए। फिर सतगुरु ये भी वचन करते हैं कि जिथे जाए बह मेरा सतगुरु, सो थान सुहावा राम राजे। वो थां पवित्र हो जाती है। गुरधामां दे जिथे जिथे गुरु पातशाह ने मुबारक चरण पाए ने, सिख ने उन्हां अस्थानां दे जाके दर्शन दीदार जरूर करने ने। पर यह नहीं केवल मत्था टेकिया, मत्था टेकड़ा प्रसाद की देग लई ते अपने अपने घर तो नहीं। जिस अस्थान ते सतगुर ने मुबारक चरण पाए, कोई कौतक कीता, खेड़ बरताई है, उत्थों के इतिहास तो सानू जाणू होना चाहिए है कि आपां फलाणे स्थान के दर्शनदारे कीते, उत्थे सतगुर ने किहड़ा कौतक कीता, किहदे उत्ते बख्शिश कीती है। फिर आपां वो सिक्ख्या लैनी उस इतिहास तो कि जे सतगुरु जी उस समय के फलाणे सिख उत्ते बख्शिश कर सकते हैं, अज भी सतगुरु हाज़र नाज़र ने। उदों सतगुरु सरीरक तौर पर हाज़र नाज़र सी, ते अज सतगुरु शब्द गुरु गुरु ग्रंथ साहिब महाराज दे रूप च प्रकाशबान ने। ते अज साडे उत्ते भी सतगुरु वो बख्शिश कर सकते हैं। ते उस अस्थान ते बैठ के समा कढ़ के जिन्ना साढ़े समा निकलदा 10 मिनट 15 मिनट 20 मिनट अद्धा घंटा घंटा तो सिमरन करो, गुरबाणी कीर्तन सुनो, तो इस तरह फिर सेवा करो हत्थां दे नाल। फिर साडी कीती हुई जिहड़ी यात्रा है वो यात्रा सफल ही है। इस करके गुरु ही सिख लई पितर अस्थान है। गुर सिमरत सब किल विख नास है, गुर सिमरत जम संग न फस है। सतगुरु जी अगली पंक्ति बख्शिश करते हैं, कहते गुर सिमरत सब किल विख नास है। जिहड़े भाई गुरु नूं सिमरते हैं, चेते करते हैं, गुरु गुरु जपते ने, उन्हां दे सारे किल विख, छोटे ते बड़े पाप जीवन काल विच कीते हुए जिन्हां पापां दी गिणती है कि ब्राह्मण कैली घात कंजका अणचारी का धान, फिटक फिटका कोट बदिया सदा सदा अभिमान। ये जिहड़े पाप ने ये सारे पाप कहते खत्म हो जाते गुरु नूं सिमरन दे चेते करन नाल। गुर सिमरत जम संग ना फस है। जिहड़ा गुरु का सिमरन करदा, गुरु गुरु जपदा है, उन्होंने फिर वो जमां दियां फाहियां विच नहीं फसदे, भाव वो जीव जिहड़े ने मुक्त हो जाते हैं। गुर सिमरत मन निर्मल होवै, गुर काटे अपमाना है। गुरु का सिमरन करन दे नाल मन जिहड़ा है ये निर्मल हो जाता है, क्योंकि मन नूं धोण दा तरीका इक्को एक ही है, गुरु का शब्द। मन साडा मैला है, मन नूं विकारां दी मैल विषयां दी मैल लगी हुई है, लिपड़िया होया है। तो ये मन नूं साफ करन दा तरीका किहड़ा है? गुर मंत्र, गुरु का शब्द, तो यही गुरु इहदे राही साडा मन पवित्र हो सकता है। तो सतगुरु कहते जिहड़े गुरु का सिमरन करते हैं उन्हां दा फिर मन निर्मल हो जाता। जिवें गुरबाणी विच पातशाह ने बचन कीते ने कि इस मन को जन्म जन्म की मल लागी, काला हुआ स्याहो, खनड़ी धोती उजली ना होवे, जे सो धोवण पाहो। कहते जे कोलू वाली लीर नूं दाग लगे हुंदे ने ना, मैला हुंदा, उहनूं जिन्नी चाहे सैकड़े वारी धोना करिए ना, वो साफ नहीं हो सकता वस्त्र। इस तरह मन की हालत ऐसी है। हाँ, जो उसे ही वस्त्र नूं फटकड़ी विच पा के गुरु स्वर चंगी तरह उहदे रंग तारन की कोशिश करे, कुछ ना कुछ निखार जरूर आ जाता है। इस तरह जिहड़ा गुरु है, गुरु ऐसा है, गुरु साडे हिरदे अंदरों अज्ञानता नूं खत्म करके सतगुरु जी फिर ज्ञान का प्रकाश करदा। पहला सतगुरु जी सानूं कहंदे ने, सिखा तू हत्थां नाल सेवा कर, हत्थां नाल टहल सेवा कर। क्यों गुरु घर में जिन्ने भी अज तक सिख आए ने, आपां जदों गुरु नानक साहब महाराज तो लैके 10वें पातशाह महाराज तक
हिस्टरी पढ़ते हैं, इतिहास पढ़ते हैं, तो जिन्ने भी सिख सतगुरां की हजूरी विच आए, जिथे पातशाह ने यह आख्या कि गुर मंत्र मूल मंत्र का जाप करना, बाणी पढ़नी है, उत्थे नाल सतगुर ने यह आख्या कि हत्थां नाल सेवा करनी है, हत्थां नाल सेवा करनी है। पातशाह कहते बिन सेवा धृग हथ पैर होर निहफल करनी। कलगीधर पातशाह के समय की गाथा है, कहते सतगुरु जी विराजमान हैं, सतगुर ने आवाज़ दी कि सानू प्यास लगी है, जल छकावो। कुदरती तौर पर सिंह कोई नेड़े नहीं सी, सिंह इधर उधर गए सन। कहते एक शाहूकार का लड़का जिहड़ा सतगुरां दे दर्शन दीदारे करन वास्ते पातशाह की हजूरी विच बैठा होया, जो पातशाह ने कहा जल छकाओ, वो लड़के ने गिलास पानी का भरिया तो कलगियां वाले पातशाह के सामने पेश कर दिता। जो सतगुरु जी जल छक के मुख नूं लाण लगे तो पातशाह की निगाह पई उस लड़के के कोमल हत्थां उत्ते। सतगुरु ने वो जल सुट दिता। जल सुटिया तो लड़का कहन लग्या कि पातशाह आप जी नूं प्यास लगी थी, पर आप जी ने जल नहीं छकना कीता, की कारण है? तो कलगीधर पातशाह महाराज आखन लगे कि असीं मुर्दे दे हत्थों जल नहीं छकदे। कहन लग्या पातशाह मैं मुर्दा, मैं तो जिउंदा आप जी दे सामने बैठा होया हाँ। तो सतगुरु कहन लगे जिहड़े हत्थां नाल टहल सेवा नहीं करते, मुख राहीं सिमरन नहीं करते हैं, असल विच वो जीव जिउंदियां जी मुर्दे दी नहीं हुंदा है। तो इसे ही सेवा दे सिमरन दे राहीं ही साडा जिहड़ा मन है ना, ये मन साडा शुद्ध हो सकता है। तो इस करके इत्थे पातशाह जी वचन करते हैं, गुर सिमरत मन निर्मल होवे। गुरु का सिमरन करन दे नाल मन जिहड़ा ये निर्मल हो जाएगा। गुर काटे अपमाना है, जिहड़ा गुरु दे लड़ लगदा है तो गुरु साहबान जी बख्शिश करके उन्हां दे सारा निरादर इत्यादक सतगुरु कट दिंदे ने। उन्हां नूं संसार विच पातशाह जी मान सन्मान वडियाई दिंदे हन। गुर का सेवक नरक न जाए, गुर का सेवक पार ब्रह्म ध्याए। गुरु का सेवक, क्योंकि जदों आपां धार्मिक ग्रंथ पढ़ते हैं, जिन्ने भी मतां दे ग्रंथां जां गुरु ग्रंथ साहिब महाराज हैं, ये स्वर्ग ते नरक की गल कीती गई है। इस्लाम विच भिस ते दोजख लिखना कीता है। गुरु ग्रंथ साहिब महाराज स्वर्ग ते नरक की गल करते हैं। तो इस तरह जिहड़े हिंदू मत के ग्रंथ ने वो भी यही गल मानते हैं। पर जदों आपां गुरु ग्रंथ जिथे स्वर्ग ते नरक की गल कीती है, उत्थे जदों रब दे प्यारे उस मालक दे भेद हो जाते हैं, फिर वो स्वर्ग ते नरक की परवाह नहीं करते। कबीर साहिबान जी पुछो, कहते ने कवन नरक क्या सुरग विचारा, संतन दो राधे हम काहू की कान न कढ़ते, अपने गुर प्रसादे। जिहड़े गुरु दी जिन्हां उत्ते गुरु दी प्रसाद किरपा हो जाती ना, फिर वो स्वर्ग ते नरक की परवाह नहीं करते। वो कहते बस मैनू कुछ नहीं चाहिए, परमात्मा केवल तेरे चरणों का, गुरु का चरणों का प्यार चाहिए, बस वो उन्होंने प्राप्त हो जाता है। तो सतगुरु कहते कदे भी गुरु का सेवक जिहड़ा है वो नरकां विच नहीं जाता। गुर का सेवक पार ब्रह्म ध्याए। गुरु के सेवक का काम की है? कहते अठे पैर पारा वार तुरै, जिहड़ा ब्रह्म परमेश्वर है उस परमेश्वर नूं ही वो ध्याउंदे हन, हर समय यही कारज करते हैं। गुर का सेवक साध संग पाए, गुर करदा नित जी दाना है। गुरु का सेवक का होर कारज काम किहड़ा है? कहते गुरु का सेवक सत संगत में जाके बैठता। गुरु का सेवक सत संगत दीयां घड़ियां का लाहा प्राप्त करता।
ਸਾਧ ਸੰਗਤ ਵਿੱਚ ਬੈਠ ਕੇ ਉਸ ਮਾਲਕ ਨੂੰ, ਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਫਿਰ ਸੋਝੀ ਆਉਂਦੀ ਹੈ ਕਿ ਗੁਰ ਕਰਦਾ ਨਿਤ ਜੀ ਦਾਨਾ ਹੈ, ਕਿ ਗੁਰੂ ਨਿੱਤਾ ਪ੍ਰਤੀ ਜੀਵਾਂ ਉੱਤੇ ਦਇਆ ਕਰਨ ਵਾਲਾ, ਜੀਵਾਂ ਨੂੰ ਦਾਨ ਦੇਣ ਵਾਲਾ ਹੈ। ਹਰ ਇੱਕ ਜੀਵ ਉੱਤੇ ਗੁਰੂ ਬਖਸ਼ਿਸ਼ ਕਰਦਾ ਹੈ। ਗੁਰਦੁਆਰੈ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ। ਤੇ ਸਤਿਗੁਰੂ ਮਹਾਰਾਜ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਗੁਰਦੁਆਰੈ ਹਰ ਕੀਰਤਨ ਸੁਣੀਐ। ਗੁਰੂ ਦੇ ਦਰ 'ਤੇ ਜਾ ਕੇ ਗੱਲਾਂ ਬਾਤਾਂ ਨਹੀਂ ਮਾਰਨੀਆਂ ਚਾਹੀਦੀਆਂ। ਗੱਲਾਂ ਬਾਤਾਂ ਮਾਰਨ ਲਈ ਸਾਡਾ ਘਰ ਹੈ, ਆਪਾਂ ਬਾਹਰ ਮਾਰ ਸਕਦੇ ਹਾਂ। ਗੁਰੂ ਦੇ ਦਰ 'ਤੇ ਆ ਕੇ ਤਾਂ ਕੇਵਲ ਤੇ ਕੇਵਲ ਹਰੀ ਦੀ ਕੀਰਤੀ ਸੁਣਨੀ ਚਾਹੀਦੀ ਹੈ, ਹਰੀ ਦੀ ਵਡਿਆਈ ਸੁਣਨੀ ਚਾਹੀਦੀ ਹੈ। ਅਤੇ ਜਿਹੜੇ ਇਸ ਤਰ੍ਹਾਂ ਉਸ ਮਾਲਕ ਦਾ ਜਸ ਸੁਣਦੇ ਨੇ ਉਹ ਭਾਗਾਂ ਵਾਲੇ ਹਨ। ਕਹਿੰਦੇ ਹੋਰ ਕੋਈ ਕੰਮ ਨਹੀਂ ਕਰਨਾ ਚਾਹੀਦਾ, ਗੁਰੂ ਦੀ ਕੀਰਤੀ ਵਡਿਆਈ ਬਸ ਇਹੀ ਗੁਰੂ ਦੇ ਦਰ 'ਤੇ ਜਾ ਕੇ ਕਰਨੀ ਚਾਹੀਦੀ ਹੈ। ਸਤਿਗੁਰ ਭੇਟ ਹਰ ਜਸ ਮੁਖ ਭਣੀ ਹੈ। ਜੋ ਸਤਿਗੁਰੂ ਭੇਟ, ਸਤਿਭੇਟ ਦਾ ਮਿਲਣਾ, ਜੋ ਸਤਿਗੁਰੂ ਮਿਲਦੇ ਨੇ, ਸਤਿਗੁਰੂ ਨੂੰ ਮਿਲ ਕੇ ਕਹਿੰਦੇ ਹਰ ਜਸ ਮੁਖ ਭਣੀ ਹੈ। ਹਰੀ ਦਾ ਜਸ, ਹਰੀ ਦੀ ਵਡਿਆਈ ਮੁੱਖੋਂ ਕਹਿੰਦੇ ਭਣੀਆਂ ਉਚਾਰਨ ਕਰਨੀ ਚਾਹੀਦੀ ਹੈ। ਬਾਰ ਬਾਰ ਹਰੀ ਹਰੀ ਗੁਰੂ ਗੁਰੂ ਇਸ ਤਰ੍ਹਾਂ ਜਪਣਾ ਚਾਹੀਦਾ ਹੈ। ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹ ਦੇਵੈ ਮਾਨਾ ਹੈ। ਸਤਿਗੁਰੂ ਜੀ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਕੀਰਤੀ ਵਡਿਆਈ ਨੂੰ ਸਰਵਣ ਕਰਕੇ ਕੀ ਪ੍ਰਾਪਤ ਹੋਵੇਗਾ? ਤੇ ਸਤਿਗੁਰੂ ਜੀ ਬਚਨ ਕਰਦੇ ਹਨ ਕਲ ਕਲੇਸ਼। ਕਹਿੰਦੇ ਭਾਈ ਕਲਯੁੱਗ ਦੇ ਜਿਹੜੇ ਕਲੇਸ਼ ਨੇ ਨਾ, ਇਹ ਸਤਿਗੁਰੂ ਜੀ ਮਿਟਾ ਦੇਣਗੇ। ਕਿਉਂਕਿ ਜਦੋਂ ਆਪਾਂ ਆਪਣੇ ਜੀਵਨ ਵੱਲ ਦੇਖੀਏ, ਮਨੁੱਖ ਬਚਪਨ ਤੋਂ ਲੈ ਕੇ ਅੰਤ ਤੱਕ ਕੋਈ ਨਾ ਕੋਈ ਦੁੱਖ ਮਨੁੱਖ ਨੂੰ ਜ਼ਰੂਰ ਘੇਰਦਾ ਹੈ। ਹਰ ਇੱਕ ਘਰ ਦੇ ਵਿੱਚ ਕਲਹ ਕਲੇਸ਼ ਹੁੰਦੀ ਹੈ। ਕਿਸੇ ਘਰ ਵਿੱਚ ਥੋੜ੍ਹੀ ਹੁੰਦੀ ਹੈ, ਕਿਸੇ ਵਿੱਚ ਬਹੁਤੀ ਹੁੰਦੀ ਹੈ। ਪਰ ਜਿਹੜੇ ਦਾਨੇ ਸਿਆਣੇ ਨੇ ਨਾ, ਉਹ ਆਪਣੀ ਘਰ ਦੀ ਗੱਲ ਨੂੰ ਘਰ ਵਿੱਚ ਹੀ ਸਮੇਟ ਲੈਂਦੇ ਨੇ। ਪਰ ਕਈ ਵਾਰੀ ਐਸਾ ਹੁੰਦਾ ਘਰ ਦਾ ਕਲੇਸ਼ ਐਸਾ ਵੱਧਦਾ ਕਿ ਭਰਾਵਾਂ ਦੇ ਬਟਵਾਰੇ ਹੋ ਜਾਂਦੇ ਨੇ। ਇੱਥੋਂ ਤੱਕ ਮਾਤਾ ਪਿਤਾ ਦੀ ਵੰਡ ਪੈ ਜਾਂਦੀ ਹੈ, ਕੋਰਟ ਕਚਹਿਰੀਆਂ ਤੱਕ ਪਹੁੰਚ ਜਾਂਦਾ। ਇੱਕ ਕਹਿੰਦਾ ਜਿਸ ਮਾਂ ਬਾਪ ਨੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਇਕੱਠੇ ਰੱਖ ਕੇ ਪਾਲਣਾ ਕੀਤਾ, ਅਤੇ ਉਹੀ ਮਾਂ ਬਾਪ ਜਦੋਂ ਬੁਢਾਪੇ ਵਿੱਚ ਆਉਂਦੇ ਨੇ, ਅਤੇ ਇੱਕ ਕਹਿੰਦਾ ਕਿ ਮਾਂ ਬਾਪ ਦੀ ਵੰਡ ਹੁੰਦੀ ਹੈ ਕਿ ਮਾਂ ਦੀ ਪਾਲਣਾ ਤੂੰ ਕਰਨਾ, ਅਤੇ ਇੱਕ ਨੂੰ ਰੋਟੀ ਤੂੰ ਦੇਣਾ ਕਰ, ਪਿਓ ਨੂੰ ਮੈਂ ਦੇਵਾਂਗਾ। ਇਹ ਕੀ ਹੈ? ਕਲਯੁੱਗ ਦੇ ਕਲੇਸ਼ ਨੇ। ਜਿਸ ਮਾਂ ਬਾਪ ਨੇ ਸਾਰੀ ਜ਼ਿੰਦਗੀ ਆਪ ਭੁੱਖੇ ਰਹਿ ਕੇ ਆਪਣੇ ਮੁੱਖ ਦੀ ਬੁਰਕੀ ਸਾਡੇ ਮੁੱਖ ਵਿੱਚ ਪਾਈ ਹੋਵੇ, ਅਤੇ ਆਪਾਂ ਗੁਰੂ ਸਾਰੇ ਉਸ ਮਾਂ ਬਾਪ ਨੂੰ ਜਦੋਂ ਉਹਨਾਂ ਦੀ ਟਹਿਲ ਸੇਵਾ ਕਰਨ ਦੀ ਵਾਰੀ ਆਈ ਹੈ, ਅਤੇ ਆਪਾਂ ਮੁੱਖ ਫੇਰਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ। ਹਾਲਾਂਕਿ ਪਾਲਣਾ ਪੋਸ਼ਣਾ ਕਰਨ ਵਾਲਾ ਨਿਰੰਕਾਰ ਵਾਹਿਗੁਰੂ ਹੈ, ਪਰ ਸਾਨੂੰ ਪਰਮਾਤਮਾ ਦੇ ਭੈ ਵਿੱਚ ਰਹਿਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਨੇ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਬੰਧਪ ਸਹੋਦਰਾ। ਕਿੰਨਾ ਮਾਣ ਦੇਣਾ ਕੀਤਾ ਹੈ, ਮਾਂ ਬਾਪ ਨੂੰ ਇੰਨਾ ਸਨਮਾਨ ਦੇਣਾ ਕੀਤਾ ਹੈ। ਅਤੇ ਸਤਿਗੁਰੂ ਕਹਿੰਦੇ ਜਿਹੜੇ ਨਾਮ ਜਪਦੇ, ਬੰਦਗੀ ਕਰਦੇ ਹਨ, ਸਹਿਲ ਸੇਵਾ ਕਰਦੇ ਹਨ, ਕਲਯੁੱਗ ਦੇ ਕਹਿੰਦੇ ਸਾਰੇ ਕਲੇਸ਼ ਸਤਿਗੁਰੂ ਉਹਨਾਂ ਦੇ ਮਿਟਾ ਦਿੰਦੇ ਹਨ। ਹਰ ਦਰਗਹ ਦੇਵੈ ਮਾਨਾ ਹੈ। ਮਾਲਕ ਦੀ ਦਰਗਾਹ ਵਿਖੇ ਉਹਨਾਂ ਪਿਆਰਿਆਂ ਨੂੰ ਪਾਤਸ਼ਾਹ ਜੀ ਫਿਰ ਮਾਣ ਸਨਮਾਨ ਦਿੰਦੇ ਹਨ, ਵਡਿਆਈ ਦਿੰਦੇ ਹਨ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 4 ਬੰਦਾਂ ਦੀ ਵਿਚਾਰ ਹੋਈ।